ਈਸ਼ਵਰ ਦਾ ਅਸਤਿਤਵ ਇੱਕ ਅਜਿਹਾ ਵਿਵਾਦਾਸਪਦ ਪ੍ਰਸ਼ਨ ਹੈ ਜਿਸ ਦੇ ਪੱਖ ਅਤੇ ਵਿਪੱਖ ਵਿੱਚ ਇੱਕ ਜ਼ੋਰਦਾਰ ਤਰਕ ਵਿਤਰਕ ਦਿੱਤੀਆਂ ਜਾ ਸਕਦੀਆਂ ਹਨ। ਜੇਕਰ ਤਰਕ ਨਾਲ ਸਾਬਤ ਕੀਤਾ ਜਾਵੇ ਤਾਂ ਕਿਸੇ ਦੀ ਹੋਂਦ ਸਾਬਤ ਨਹੀਂ ਹੁੰਦੀ ਅਤੇ ਨਾ ਹੀ ਹੋਂਦ ਸਾਬਤ ਨਾ ਹੋਣ 'ਤੇ ਵੀ ਗੈਰ ਪ੍ਰਮਾਣਿਤ ਹੋ ਜਾਂਦਾ ਹੈ। ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ। ਪੁਸਤਕ ਦਾ ਨਾਮ ਵਿਵਾਦ ਤੋਂ ਪਰੇ ਈਸ਼ਵਰ ਦਾ ਅਸਤਿਤਵ। ਪੁਸਤਕ ਦੀ ਜਾਣਕਾਰੀ। ਆਤਮਾ ਅਤੇ ਪਰਮਾਤਮਾ ਦੀ ਮਾਨਤਾ ਮਨੁੱਖ ਦੇ ਚਿੰਤਨ ਅਤੇ ਕਰਮ ਨੂੰ ਇੱਕ ਨੀਤੀ ਨਿਯਮ ਦੇ ਅਧੀਨ ਰੱਖਣ ਵਿੱਚ ਬਹੁਤ ਹੱਦ ਤੱਕ ਜਕੜੇ ਰਹਿਣ ਵਿੱਚ ਸਫਲ ਹੁੰਦੀ ਹੈ। ਜੇਕਰ ਇਹਨਾਂ ਦਾਰਸ਼ਨਿਕ ਬੰਧਨਾਂ ਨੂੰ ਚੁੱਕ ਲਿਆ ਜਾਵੇ ਤਾਂ ਮਨੁੱਖ ਦੀ ਪਸ਼ੂਤਾ ਕਿੰਨੀ ਵੱਧ ਸਕਦੀ ਹੈ ਅਤੇ ਸਮੁੱਚੇ ਸੰਸਾਰ ਨੂੰ ਇਸਦੇ ਮਾੜੇ ਪ੍ਰਭਾਵ ਕਿਵੇਂ ਭੁਗਤਣੇ ਪੈ ਸਕਦੇ ਹਨ, ਇਸ ਦੀ ਕਲਪਨਾ ਵੀ ਹੈਰਾਨ ਕਰਨ ਵਾਲੀ ਹੈ। ਨਾਸਤਿਕਤਾ ਦਾ ਪੋਸ਼ਣ ਭੌਤਿਕ ਵਿਗਿਆਨ ਨੇ ਇਹ ਕਹਿ ਕੇ ਕੀਤਾ ਕਿ ਈਸ਼ਵਰ ਅਤੇ ਆਤਮਾ ਦੇ ਅਸਤਿਤਵ ਦਾ ਅਜਿਹਾ ਕੋਈ ਪ੍ਰਮਾਣ ਨਹੀਂ ਮਿਲਦਾ ਜੋ ਪ੍ਰਕਿਰਤੀ ਦੇ ਪ੍ਰਚਲਿਤ ਨਿਯਮਾਂ ਤੋਂ ਪਰੇ ਜਾਂਦਾ ਹੋਵੇ। ਇਸ ਉਭੇ ਪੱਖੇ ਪੁਸ਼ਟੀ ਨੇ ਮਨੁੱਖ ਦੀ ਬੇਢੰਗੀ ਅਨੈਤਿਕਤਾ ਨੂੰ ਹੋਰ ਵੀ ਡੂੰਘਾ ਰੰਗ ਦਿੱਤਾ ਹੈ। ਇਸ ਅਨੁਸਾਰ ਉਹ ਮਾਨਤਾ ਇੱਕ ਵਾਰ ਤਾਂ ਅਜਿਹਾ ਲੱਗਣ ਲੱਗੀ ਸੀ ਕਿ ਆਸਥਾਵਾਂ ਦਾ ਅੰਤ ਸਮਾਂ ਹੁਣ ਨੇੜੇ ਆ ਗਿਆ ਹੈ। ਪੇਸ਼ ਪੁਸਤਕ ਸਾਨੂੰ ਆਪਣੇ ਆਪ ਤੋਂ ਪੁੱਛਣ ਲਈ ਪ੍ਰੇਰਿਤ ਕਰਦੀ ਹੈ। ਜੀਵਾਤਮਾ ਦਾ ਪਰਮਾਤਮਾ ਦਾ ਸਰੂਪ ਕੀ ਹੈ? ਮਨ ਆਪਣੇ ਆਪ ਕਿੱਥੇ ਦੌੜਦਾ ਹੈ? ਮਾਂ ਦੇ ਗਰਭ ਵਿੱਚ ਪਹੁੰਚਣ ਤੇ ਪਹਿਲਾਂ ਪ੍ਰਾਣ ਕੌਣ ਸਥਾਪਿਤ ਕਰਦਾ ਹੈ? ਇਸ ਵਿੱਚ ਜੀਵਨ ਸੰਚਾਰ ਦੇ ਰੂਪ ਵਿੱਚ ਹਲਚਲਾਂ ਕਿਵੇਂ ਪੈਦਾ ਹੁੰਦੀਆਂ ਹਨ? ਚੇਤਨਾ ਕਿਵੇਂ ਪੈਦਾ ਹੋਈ? ਕਿਸ ਆਧਾਰ ਤੇ ਇਹ ਮੰਨ ਲਿਆ ਜਾਵੇ ਕਿ ਸਾਰੇ ਜੀਵਾਂ ਵਿੱਚ ਇੱਕੋ ਪਰਮ ਸੱਤਾ ਦਾ ਨਿਵਾਸ ਹੈ? ਸਭ ਵਿੱਚ ਇੱਕ ਹੀ ਈਸ਼ਵਰੀ ਪ੍ਰਕਾਸ਼ ਪ੍ਰਤੀਬਿੰਬਤ ਹੁੰਦਾ ਹੈ। ਇਸ ਨੂੰ ਸਥੂਲ ਰੂਪ ਵਿੱਚ ਕਿਵੇਂ ਦੇਖਣਾ ਜਾਂ ਮਹਿਸੂਸ ਕੀਤਾ ਜਾਵੇ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਪੇਸ਼ ਹੈ ਤੁਹਾਡੇ ਸਾਹਮਣੇ ਇੱਕ ਛੋਟੀ ਜਿਹੀ ਪੁਸਤਕ ਜੋ ਨਾਸਤਿਕਤਾ ਦਾ ਉਚਿਤ ਸਮਾਧਾਨ ਦਿੰਦੀ ਹੈ। ਇੰਨਾ ਹੀ ਨਹੀਂ, ਇਸ ਪੁਸਤਕ ਵਿੱਚ ਇੱਛਾ ਸ਼ਕਤੀ, ਮਨੋਬਲ ਅਤੇ ਆਤਮ ਸ਼ਕਤੀ ਨੂੰ ਵਧਾਉਣ ਲਈ ਤਪ ਸਾਧਨਾ ਦੀ ਵਿਧੀ ਵੀ ਪੇਸ਼ ਕੀਤੀ ਗਈ ਹੈ। ਪੁਸਤਕ ਦੇ ਕੁਝ ਅੰਸ਼ ਈਸ਼ਵਰ ਦੀ ਸੱਤਾ ਵਿੱਚ ਵਿਸ਼ਵਾਸ, ਉਸਦੇ ਨਿਯਮ ਵਿਵਸਥਾ ਦੇ ਪ੍ਰਤੀ ਨਿਸ਼ਠਾ ਅਤੇ ਆਦਰਸ਼ਾਂ ਦੇ ਪ੍ਰਤੀ ਆਸਥਾ ਵਿੱਚ ਫਲਿਤ ਹੁੰਦੀ ਹੈ। ਉਸਦਾ ਨਾਸਤਿਕਤਾ ਹੈ। ਮ੍ਰਿਤ ਸਰੀਰ ਵਿੱਚ ਪ੍ਰਾਣ ਸੰਚਾਰ ਨਾ ਰਹਿਣ ਤੋਂ, ਉਸਦੇ ਭੀਤਰ ਵਾਯੂ ਭਰੀ ਹੋਣ ਤੇ ਵੀ ਸਾਹ ਨੂੰ ਬਾਹਰ ਕੱਢਣ ਦੀ ਸਮਰਥ ਨਹੀਂ ਹੁੰਦੀ। ਸਾਹ ਪ੍ਰਣਾਲੀ ਭਾਵੇਂ ਜਿਉਂ ਦਾ ਤਿਉਂ ਰਹਿਣ ਤੇ ਵੀ ਕੋਈ ਪ੍ਰਾਣ ਸੰਪਦ ਨਹੀਂ ਹੁੰਦਾ। ਪ੍ਰਾਣ, ਅਪਾਨ, ਵਿਧਾਨ, ਉਦਾਨ ਅਤੇ ਸਮਾਨ ਪ੍ਰਾਣ ਦੁਆਰਾ ਸਰੀਰ ਅਤੇ ਮਨ ਦੇ ਵੱਖ-ਵੱਖ ਕ੍ਰਿਆਕਲਾਪ ਚੱਲਦੇ ਹਨ, ਪਰ ਮਹਾਪ੍ਰਾਣ ਦੇ ਨਾ ਰਹਿਣ ਤੋਂ ਸਰੀਰ ਵਿੱਚ ਉਹਨਾਂ ਦੇ ਸਥਾਨ ਅਤੇ ਕਾਰਜ ਦੇ ਬਾਵਜੂਦ ਹਰ ਚੀਜ਼ ਗਤੀਹੀਨ ਰਹਿੰਦੀ ਹੈ। ਅੰਗਾਂ ਦੀ ਸਥਿਤੀ ਨੂੰ ਥਾਂ ਤੇ ਰਹਿੰਦੇ ਹੋਏ ਵੀ ਜਿਸਦੇ ਕਾਰਨ ਮ੍ਰਿਤ ਸਰੀਰ ਦੀ ਜੜਤਾ ਖਤਮ ਹੋ ਜਾਂਦੀ ਹੈ, ਉਹ ਮਹਾਪ੍ਰਾਣ ਦੀ ਪ੍ਰੇਰਣਾ ਰੁਕ ਜਾਣਾ ਹੀ ਹੈ। ਅੰਤਰ ਸੰਚਾਲਕ ਮਹਾਪ੍ਰਾਣ ਨੂੰ ਹੀ ਆਤਮਾ ਕਹਿੰਦੇ ਹੈ। ਅੰਤःਕਰਨ ਪਰੇਸ਼ਾਨ ਹੋਵੇ ਤਾਂ ਕੋੜੇ ਬੋਲ ਮੂੰਹੋਂ ਨਿਕਲਦੇ ਹਨ ਅਤੇ ਉੱਚ ਸਥਿਤੀ ਵਿੱਚ ਅੰਮ੍ਰਿਤੋਪਮ ਵਾਣੀ ਨਿਕਲਦੀ ਹੈ। ਜੇਕਰ ਵਾਣੀ ਸੁਤੰਤਰ ਹੁੰਦੀ ਤਾਂ ਉਹ ਤੋਤੇ ਵਾਂਗ ਅਭਿਅਸਤ ਸ਼ਬਦਾਂ ਦਾ ਵੀ ਉਚਾਰਨ ਕਰਦੀ ਰਹਿੰਦੀ। ਅਗਿਆਨ ਪੈਦਾ ਹੋਣ ਵਾਲੀ ਅੰਤਿ ਚੇਤਨਾ ਉਸ ਤੋਂ ਵੱਖ ਹੋ ਕੇ ਸੁਤੰਤਰ ਹੈ, ਉਸਦਾ ਨਾਮ ਆਤਮਾ ਹੈ। ਇੱਥੇ ਅਮਰਤਾ ਦਾ ਅਰਥ ਹੈ ਅਨੰਤ ਜੀਵਨ ਦੀ ਮਾਨਤਾ ਅਤੇ ਉਸਦੇ ਰੂਪ ਦ੍ਰਿਸ਼ਟੀਕੋਣ ਅਪਣਾ ਕੇ ਇਸ ਅਨੁਸਾਰ ਚਿੰਤਨ ਅਤੇ ਕਰਮ ਦਾ ਨਿਰਧਾਰਨ ਲੋਕ ਆਪਣੇ ਆਪ ਨੂੰ ਮਰਨ ਧਰਮ ਮੰਨਦੇ ਹਨ। ਤਤਕਾਲੀ ਲਾਭਾਂ ਨੂੰ ਅਣਚਾਹੇ ਸਮਝ ਕੇ ਵੀ ਉਹਨਾਂ ਨੂੰ ਸਭ ਕੁਝ ਸਮਝ ਕਰ ਟੁੱਟ ਪੈਂਦੇ ਹਨ। ਅਸੀਂ ਇੰਦਰੀਆਂ ਦੇ ਕਾਰਨ ਚੇਤਨ ਨਹੀਂ ਹਾਂ, ਪਰ ਸਾਡੇ ਕਾਰਨ ਇੰਦਰੀਆਂ ਵਿੱਚ ਚੇਤਨਾ ਹੈ। ਇਹ ਜਾਣ ਕੇ ਆਤਮਾ ਦੀ ਹੋਂਦ ਪ੍ਰਤੱਖ ਹੋ ਜਾਂਦੀ ਹੈ। ਆਤਮਾ ਉੱਤੇ ਮਲ ਆਵਰਨ ਦੇ ਕਸ਼ਾਏ ਕਲਮਸ਼ ਚੜ ਜਾਣ ਤੇ ਉਹ ਮਲੀਨ ਹੁੰਦਾ ਹੈ, ਦੀਨਹੀਨ ਹਾਲਾਤ ਦੀ ਪਰਿਸਥਿਤੀ ਵਿੱਚ ਫਸਣ ਦਾ ਦੁੱਖ ਭੋਗਦਾ ਹੈ। ਆਤਮਬੋਧ ਇਸ ਦਾ ਨਾਮ ਹੈ। ਇਸ ਨੂੰ ਪਰਮਾਤਮਾ ਦਾ ਦਰਸ਼ਨ ਅਤੇ ਪਰਬ੍ਰਹਮ ਦੀ ਪ੍ਰਾਪਤੀ ਕਹਿੰਦੇ ਹਨ। ਅੱਖਾਂ ਨਾਲ ਕਿਸੇ ਦੇਵ ਅਵਤਾਰ ਦੇ ਸਰੂਪ ਨੂੰ ਵੇਖਣ ਦੀ ਲਾਲਸਾ ਇੱਕ ਭੁਲੇਖਾ ਹੈ ਜਿਸਦਾ ਪੂਰਾ ਹੋ ਸਕਣਾ ਸੰਭਵ ਨਹੀਂ। ਈਸ਼ਵਰ ਨੂੰ ਚਮੜੀ ਦੀਆਂ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ, ਪਰ ਕੇਵਲ ਗਿਆਨ ਦੇਖਿਆ ਜਾ ਸਕਦਾ ਹੈ। ਆਤਮਾ ਦਾ ਸ਼ੁੱਧ ਰੂਪ ਪਰਮਾਤਮਾ ਹੈ। ਜੀਵਾਤਮਾ ਤੋਂ ਲੋਭ, ਮੋਹ, ਵਾਸਨਾ, ਲਾਲਸਾ ਤੋਂ ਪ੍ਰਭਾਵਿਤ ਹੋ ਕੇ ਸਵਾਰਥ ਅਤੇ ਤੰਗ ਦਿਲੀ ਦੇ ਬੰਧਨਾਂ ਵਿੱਚ ਫਸਿਆ ਹੋਇਆ ਹੈ। ਆਪਣੇ ਚਿੰਤਨ, ਕਰਤੱਵ, ਸਰੀਰ ਅਤੇ ਆਪਣੇ ਪਰਿਵਾਰ ਦੇ ਭੌਤਿਕ ਲਾਭਾਂ ਤੱਕ ਸੀਮਿਤ ਰਹਿੰਦੇ ਹੋਏ ਉਹ ਭੌਤਿਕ ਬੰਧਨਾਂ ਵਿੱਚ ਫਸਿਆ ਹੋਇਆ ਜੀਵ ਹੈ। ਮੁਕਤ ਉਸਨੂੰ ਕਿਹਾ ਜਾਵੇਗਾ ਜਿਸਨੇ ਆਪਣੇ ਆਪ ਦੀ ਆਤਮ ਭਾਵ ਦਾ ਦਾਇਰਾ ਵੱਧ ਤੋਂ ਵੱਧ ਵਧਾਇਆ ਹੈ, ਜਿਸ ਦੇ ਲਈ ਸਾਰਾ ਵਿਸ਼ਵ ਆਪਣਾ ਪਰਿਵਾਰ ਹੈ। ਦੂਸਰਿਆਂ ਦੇ ਦੁੱਖ ਨੂੰ ਆਪਣਾ ਸਮਝ ਕੇ ਉਸਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਦੂਜਿਆਂ ਨੂੰ ਸੁੱਖ ਦੇਖ ਕੇ ਖੁਸ਼ ਹੋ ਜਾਂਦਾ ਹੈ। ਆਪਣੇ ਅਤੇ ਦੂਜਿਆਂ ਦੇ
ਵਿਚਕਾਰ ਦੀ ਕੰਧ ਨੂੰ ਤੋੜ ਕੇ ਉਹ ਹਰ ਥਾਂ ਇੱਕ ਆਤਮਾ ਦੇ ਵਿਸਤਾਰ ਨੂੰ ਵੇਖਦਾ ਹੈ। ਉਸ ਦਿਵਦਰਸ਼ੀ ਨੂੰ ਦੂਜੇ ਸ਼ਬਦਾਂ ਵਿੱਚ ਪਰਮਾਤਮਦਰਸ਼ੀ ਕਿਹਾ ਜਾਂਦਾ ਹੈ। ਪੁਸਤਕ ਦੇ ਕੁਝ ਬਿੰਦੂ: ਵਿਵਾਦਾਂ ਤੋਂ ਪਰੇ ਪਰਮਾਤਮਾ ਦੀ ਹੋਂਦ, ਈਸ਼ਵਰੀ ਸੱਤਾ ਦੇ ਪ੍ਰਮਾਣ ਅਤੇ ਵਿਧਾਨ, ਅੰਤੇ ਚੇਤਨਾ ਤੋਂ ਅਦਭੁਤ ਸੁਵਿਵਸਥਾ, ਭਾਵ ਸੰਵੇਦਨਾ ਪ੍ਰਗਟ ਵਿਸ਼ਵਾਤਮਾ, ਪ੍ਰਾਣੀ ਜਗਤ ਦੀ ਅਤ੍ਰਿਪਤ ਪਿਆਸ ਪ੍ਰੇਮ, ਸਦਭਾਵ ਸੰਪੰਨ ਵਿਕਸਿਤ ਚੇਤਨਾ ਦਾ